ਦੋਸਤੋ ਪੰਜਾਬੀ ਟ੍ਰਿਬਿਊਨ ਦੇ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ। ਮੈਂ ਆਤਿਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਸਿੱਧੀ ਅਦਾਇਗੀ ਕੇਂਦਰ ਦੀ ਅੜੀ ਅੱਗੇ ਪੰਜਾਬ ਸਰਕਾਰ ਢਿੱਲੀ ਪੈਣ ਲੱਗੀ। ਸਾਡੇ ਨਾਲ ਇਸ ਵਿਸ਼ੇ ਤੇ ਗੱਲਬਾਤ ਕਰਨ ਲਈ ਵਿਸ਼ੇਸ਼ ਤੌਰ ਤੇ ਹਾਜ਼ਰ ਨੇ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਚਰਨਜੀਤ ਸਿੰਘ ਭੁੱਲਰ ਸਾਹਿਬ। ਭੁੱਲਰ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਮਿਹਰਬਾਨੀ ਤੁਹਾਡੀ। ਚਰਨਜੀਤ ਜੀ, ਕੇਂਦਰ ਸਰਕਾਰ ਨੇ ਕਣਕ ਦੀ ਫਸਲ ਦੀ ਜਿਹੜੀ ਸਿੱਧੀ ਅਦਾਇਗੀ ਕਰਨ ਦਾ ਜਿਹੜਾ ਸਟੈਂਡ ਲਿਆ ਸੀ ਉਸ ਬਾਰੇ ਪੰਜਾਬ ਸਰਕਾਰ ਬੜੀ ਵਜੀਦ ਸੀ ਵੀ ਅਸੀਂ ਪੇਮੈਂਟ ਜਿਹੜੀ ਹੈ ਉਹ ਆੜ੍ਹਤੀਆਂ ਰਾਹੀਂ ਕਰਾਂਗੇ, ਪਰ ਹੁਣ ਜਿਹੜੀ ਹੈਗੀ ਹੈ ਪੰਜਾਬ ਸਰਕਾਰ ਵੀ ਢਿੱਲੀ ਪੈਂਦੀ ਨਜ਼ਰ ਆ ਰਹੀ ਹੈ, ਉਹ ਮੋੜਾ ਲੈ ਰਹੀ ਹੈ ਆਪਣੇ ਇਸ ਫੈਸਲੇ ਤੋਂ। ਅਸੀਂ ਜਾਣਨਾ ਚਾਹਾਂਗੇ ਵੀ ਕਿ ਇਹਦੇ ਪਿੱਛੇ ਕੀ ਕਾਰਨ ਨੇ। ਤੁਹਾਡੀ ਗੱਲ ਬਿਲਕੁਲ ਦਰੁਸਤ ਹੈਗੀ ਹੈ ਕਿ ਜਦੋਂ ਹੁਣ ਕਣਕ ਦੀ ਖਰੀਦ ਦੇ ਵਿੱਚ ਸਿਰਫ 2 ਦਿਨ ਬਾਕੀ ਬਚੇ ਨੇ ਜੀ, ਤਾਂ ਕੇਂਦਰ ਸਰਕਾਰ ਨੇ ਮੁੜ ਆਪਣਾ ਜਿਹੜਾ ਸਟੈਂਡ ਹੈ ਉਹ ਦੁਹਰਾ ਦਿੱਤਾ, ਕਿਉਂਕਿ ਕੱਲ ਕੇਂਦਰੀ ਖੁਰਾਕ ਮੰਤਰੀ ਪੀਯੂਸ਼ ਗੋਇਲ ਨਾਲ ਜਿਹੜੀ ਵਰਚੁਅਲ ਮੀਟਿੰਗ ਹੈ ਜਿਹੜੀ ਸਾਡੇ ਸਟੇਟ ਦੇ ਫੂਡ ਸਪਲਾਈ ਮਿਨਿਸਟਰ ਭਾਰਤ ਭੂਸ਼ਣ ਆਸ਼ੂ ਹੋਰਾਂ ਨੇ ਕੀਤੀ ਹੈਗੀ ਹੈ, ਤੇ ਉਸ ਗੱਲਬਾਤ ਦੇ ਵਿੱਚ ਕੋਈ ਵੀ ਜਿਹੜਾ ਠੋਸ ਨਤੀਜਾ ਸਾਹਮਣੇ ਨਹੀਂ ਆਇਆ। ਤਾਂ ਕੇਂਦਰ ਨੇ ਉਹੀ ਆਪਣੀ ਜਿੱਦ, ਉਹੀ ਆਪਣੀ ਅੜੀ ਸਾਹਮਣੇ ਰੱਖੀ ਹੈ। ਪਰ ਜਿਹੜੀ ਨਵੀਂ ਡਿਵੈਲਪਮੈਂਟ ਸਾਡੇ ਸਾਹਮਣੇ ਆਈ ਹੈ ਉਹ ਇਹ ਹੈਗੀ ਹੈ ਕਿ ਪੰਜਾਬ ਸਰਕਾਰ ਕੇਂਦਰ ਦੀ ਅੜੀ ਅੱਗੇ ਜਿਹੜੀ ਪੂਰੀ ਤਰ੍ਹਾਂ ਇੱਕ ਤਰ੍ਹਾਂ ਢਿੱਲੀ ਪੈ ਗਈ ਜਾਪਦੀ ਹੈ। ਨਰਮ ਜਿਹੜੇ ਉਹਦੇ ਸੁਰ ਹੈ ਸਟੇਟ ਗੌਰਮੈਂਟ ਦੇ ਉਹ ਕਾਫੀ ਨਰਮ ਪੈ ਗਏ ਨੇ ਪਹਿਲਾਂ ਨਾਲੋਂ, ਕਿਉਂਕਿ ਪੰਜਾਬ ਸਰਕਾਰ ਤਾਂ ਸ਼ੁਰੂ ਤੋਂ ਹੀ ਕਹਿੰਦੀ ਆ ਰਹੀ ਸੀ ਕਿ ਅਸੀਂ ਜਿਹੜੀ ਡਾਇਰੈਕਟ ਪੇਮੈਂਟ ਹੈ ਉਹ ਆੜ੍ਹਤੀਆਂ ਦੇ ਥਰੂ ਹੀ ਕਰਾਂਗੇ। ਔਰ ਆਪਣੇ ਸਟੈਂਡ 'ਤੇ, ਕਿਉਂਕਿ ਭਾਰਤ ਭੂਸ਼ਣ ਆਸ਼ੂ ਹੋਰੀ ਵੀ ਕਈ ਵਾਰੀ ਇਹੀ ਗੱਲ ਕਹਿ ਚੁੱਕੇ ਸੀ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਇਹੀ ਗੱਲ ਕਹਿ ਚੁੱਕੇ ਸੀ ਕਿ ਅਸੀਂ ਇਸ ਗੱਲ ਤੋਂ ਪਿੱਛੇ ਨਹੀਂ ਹਟਾਂਗੇ ਕਿ ਅਸੀਂ ਇਹ ਪੂਰਾ ਪ੍ਰਬੰਧ ਹੈ ਜਿਹੜਾ ਆਪਣਾ ਕੀਤਾ ਹੈਗਾ ਤੇ ਆੜ੍ਹਤੀਆਂ ਰਾਹੀਂ ਜਿਹੜੀ ਅਦਾਇਗੀ ਹੈ ਕਿਸਾਨਾਂ ਨੂੰ ਜਿਹੜੀ ਕਣਕ ਦੀ ਫਸਲ ਦੀ ਹੋਏਗੀ। ਤੇ 10 ਅਪ੍ਰੈਲ ਤੋਂ ਹੁਣ ਕਣਕ ਦੀ ਜਿਹੜੀ ਫਸਲ ਹੈ ਉਹਦੀ ਖਰੀਦ ਹੈ ਜਿਹੜੀ ਪੰਜਾਬ ਸ਼ੁਰੂ ਹੋ ਜਾਣੀ ਹੈ, ਪਰ ਅਜੇ ਤੱਕ ਇਸ ਗੱਲ 'ਤੇ ਕੋਈ ਜਿਹੜੀ ਸਹਿਮਤੀ ਬਣ ਨਹੀਂ ਸਕੀ ਹੈ। ਪਰ ਜਿਹੜੇ ਮੋਟੇ ਤੌਰ 'ਤੇ ਇਸ਼ਾਰਾ ਮਿਲਿਆ ਉਹ ਇਹੀ ਹੈ ਕਿ ਪੰਜਾਬ ਸਰਕਾਰ ਜਿਹੜਾ ਆਪਣਾ ਸਟੈਂਡ ਹੈ ਉਹ ਤੋਂ ਪਿਛਾਂਹ ਵੀ ਹਟ ਸਕਦੀ ਹੈਗੀ ਹੈ। ਸਟੇਟ ਗੌਰਮੈਂਟ ਨੇ ਆਪਣਾ ਇੱਕ ਪਲਾਨ B ਵੀ ਤਿਆਰ ਕਰਨਾ ਸ਼ੁਰੂ ਕਰ ਦਿੱਤਾ ਹੈਗਾ, ਕਿਉਂਕਿ ਸਟੇਟ ਗੌਰਮੈਂਟ ਨੂੰ ਲੱਗਦਾ ਹੈਗਾ ਕਿ ਅਗਰ ਸੈਂਟਰ ਗੌਰਮੈਂਟ ਭਾਰਤ ਸਰਕਾਰ ਆਪਣੀ ਇਸ ਗੱਲ 'ਤੇ ਵਜਿਦ ਰਹਿੰਦੀ ਹੈ ਕਿ ਕਿਸਾਨਾਂ ਨੂੰ ਡਾਇਰੈਕਟ ਪੇਮੈਂਟ ਕੀਤੀ ਜਾਵੇ ਤਾਂ ਸਾਡੇ ਕੋਲੇ ਅਲਟਰਨੇਟਿਵ ਹੋਵੇ, ਕਿਉਂਕਿ ਇਹਨਾਂ ਨੇ ਜਿਹੜਾ ਡਾਇਰੈਕਟ ਪੇਮੈਂਟ ਕਰ ਲਈ ਸਟੇਟ ਗੌਰਮੈਂਟ ਨੇ ਵੀ ਜਿਹੜਾ ਸੌਫਟਵੇਅਰ ਤਿਆਰ ਕੀਤਾ ਹੋਇਆ ਸੀ ਉਹਦੀ ਜਿਹੜੀ ਟੈਸਟਿੰਗ ਕਰਨੀ ਸ਼ੁਰੂ ਕਰ ਦਿੱਤੀ ਹੈਗੀ ਹੈ। ਅਤੇ ਕੱਲ੍ਹ ਜਿਹੜਾ ਖੁਰਾਕ ਮੰਤਰੀ ਭਾਰਤ ਭੂਸ਼ਣ ਆਸ਼ੂ ਹੈ ਉਹਨਾਂ ਨੇ ਵੀ ਇਹ ਗੱਲ ਦਾ ਪਹਿਲੀ ਵਾਰ ਹੈ ਜਿਹੜਾ ਸਟੇਟ ਗੌਰਮੈਂਟ ਨੇ ਇਸ ਕਿਸਮ ਦਾ ਇਸ਼ਾਰਾ ਕੀਤਾ ਹੈ ਕਿ ਉਹ ਪਲਾਨ B ਵੀ ਤਿਆਰ ਨਾਲ ਕਰ ਰਹੇ ਆ। ਉਹਦਾ ਮਤਲਬ ਇਹ ਨਿਕਲਦਾ ਹੈਗਾ ਕਿ ਭਾਰਤ ਸਰਕਾਰ ਜੇ ਪਿਛਾਂਹ ਨਹੀਂ ਹਟਦੀ ਤਾਂ ਸਾਨੂੰ ਜਿਹੜਾ ਉਹਦੇ ਅੱਗੇ ਝੁਕਣਾ ਪੈਣਾ ਹੈਗਾ। ਤਾਂ ਪਰ ਫਾਈਨਲ ਜਿਹੜਾ ਫੈਸਲਾ ਹੈਗਾ ਉਹ ਦੁਬਾਰਾ ਫੇਰ ਵੀਰਵਾਰ ਵਾਲੇ ਦਿਨ ਜਿਹੜੇ ਭਲਕੇ ਦਿੱਲੀ ਦੇ ਵਿੱਚ ਪੀਯੂਸ਼ ਗੋਇਲ ਦੇ ਨਾਲ ਮੀਟਿੰਗ ਹੈ ਜਿਹੜੀ ਉਹ ਖੁਰਾਕ ਮੰਤਰੀ ਸਾਡੇ ਸਟੇਟ ਦੇ ਨੇ ਉਹਨਾਂ ਨੇ ਰੱਖੀ ਹੈ, ਅਤੇ ਉਹਨਾਂ ਨੇ ਕਿਹਾ ਕਿ ਅਸੀਂ ਪੂਰੀ ਤਰ੍ਹਾਂ ਆਸਬੰਦ ਨੇ ਕਿ ਸੈਂਟਰ ਗੌਰਮੈਂਟ ਹੈ ਜਿਹੜੀ ਇਸ ਸੀਜ਼ਨ ਲਈ ਸਾਨੂੰ ਮੋਹਲਤ ਦੇ ਦੇਗੀ। ਮੋਹਲਤ ਕਿਸ ਗੱਲ ਦੀ ਦੇਗੀ ਕਿ ਤੁਸੀਂ ਜਿਹੜੀ ਆਪਣੀ ਕਣਕ ਦੀ ਅਦਾਇਗੀ ਹੈ ਉਹ ਆੜ੍ਹਤੀਆਂ ਜ਼ਰੀਏ ਕਰ ਦਿਓ। ਪਰ ਇਹਦੇ ਵਿੱਚ ਮੈਨੂੰ ਇਹ ਲੱਗਦਾ ਹੈਗਾ ਆਤਿਸ਼ ਕਿ ਸੈਂਟਰ ਗੌਰਮੈਂਟ ਵੀ ਜ਼ਿੰਮੇਵਾਰ ਹੈਗੀ ਹੈ ਅਤੇ ਸਟੇਟ ਗੌਰਮੈਂਟ ਵੀ ਜ਼ਿੰਮੇਵਾਰ ਹੈਗੀ ਹੈ, ਕਿਉਂਕਿ ਜਿਹੜੇ ਫੈਸਲੇ 1 ਮਹੀਨਾ ਪਹਿਲਾਂ ਹੋ ਜਾਣੇ ਚਾਹੀਦੇ ਸੀ ਉਹ ਅਜੇ ਵੀ ਲਟਕ ਰਹੇ ਨੇ। ਉਹਦੇ ਨਾਲ ਇੱਕ ਤਲਵਾਰ ਲਟਕ ਰਹੀ ਹੈ ਸਾਡੇ ਕਿਸਾਨਾਂ 'ਤੇ। ਉਹਨਾਂ ਦੇ ਵਿੱਚ ਵੀ ਇਹ ਭੰਬਲ ਭੂਸਾ ਬਣਿਆ ਹੋਏਗਾ ਕਿ ਅਦਾਇਗੀ ਦਾ ਕੀ ਬਣੇਗਾ। ਚਾਹੇ CCL ਹੈ ਜਿਹੜੀ ਉਹ ਸਾਨੂੰ ਹਰੀ ਝੰਡੀ ਮਿਲ ਚੁੱਕੀ ਹੈ, ਪਰ ਅਦਾਇਗੀ ਦਾ ਜਿਹੜਾ ਪੇਚ ਉਸੇ ਤਰ੍ਹਾਂ ਹੀ ਫਸਿਆ ਹੋਇਆ ਹੈਗਾ। ਸੈਂਟਰ ਗੌਰਮੈਂਟ ਨੇ ਦੇਖੋ ਪਹਿਲੀ ਗੱਲ ਉਹਦੀ ਜਿਹੜੀ ਉਂਗਲ ਉੱਠ ਰਹੀ ਹੈ ਭਾਰਤ ਸਰਕਾਰ 'ਤੇ ਕਿ ਉਹਨੂੰ ਇੰਨੀ ਕਾਹਲੀ ਨਹੀਂ ਦਿਖਾਉਣੀ ਚਾਹੀਦੀ, ਕਿਉਂਕਿ ਪਿਛਲੇ 7 ਸਾਲ ਤੋਂ ਪਾਵਰ 'ਚ ਹੈ ਜਿਹੜੀ ਭਾਜਪਾ ਸਰਕਾਰ ਦਿੱਲੀ ਦੇ ਵਿੱਚ। ਤਾਂ ਉਹਨਾਂ ਨੂੰ ਅਚਨਚੇਤ ਜਦੋਂ ਸਾਡਾ ਕਿਸਾਨ ਐਜੀਟੇਸ਼ਨ ਚੱਲ ਰਹੀ ਹੈ, ਕਿਸਾਨਾਂ ਦੇ ਸਿਰ ਏਡੀ ਵੱਡੀ ਵਿਪਤਾ ਆਲਰੇਡੀ ਪਈ ਹੋਈ ਹੈ ਖੇਤੀ ਕਾਨੂੰਨਾਂ ਦੀ, ਤਾਂ ਇਹਨਾਂ ਨੂੰ ਇਸ ਗੱਲ ਲਈ ਜਿੱਦ ਨਹੀਂ ਕਰਨੀ ਚਾਹੀਦੀ ਕਿ ਅਸੀਂ ਹੁਣੀ ਇਹ ਜਿਹੜਾ ਮੌਕਾ ਹੈਗਾ ਇਹ ਫੈਸਲਾ ਲੈਣ ਦਾ ਉਹ ਢੁਕਵਾਂ ਨਹੀਂ ਹੈਗਾ ਇਹ ਸੈਂਟਰ ਗੌਰਮੈਂਟ, ਕਿਉਂਕਿ ਜਦੋਂ ਵੀ ਕੋਈ ਅਸੀਂ ਨਵੀਂ ਪ੍ਰਣਾਲੀ ਨੂੰ ਲਾਗੂ ਕਰਦੇ ਹਾਂ ਉਹਦੇ ਲਈ ਇੱਕ ਜ਼ਮੀਨ ਤਿਆਰ ਕੀਤੀ ਜਾਂਦੀ ਹੈ। ਜ਼ਮੀਨ ਇਹ ਤਾਂ ਹੁੰਦਾ ਨਹੀਂ ਕਿ ਅਸੀਂ ਰਾਤੋਂ ਰਾਤ ਕੋਈ ਨਵਾਂ ਫੈਸਲਾ ਉਹਨੂੰ ਇੰਪਲੀਮੈਂਟ ਕਰ ਦੇਵਾਂਗੇ। ਜਿਸ ਤਰ੍ਹਾਂ ਹੁਣ ਹਰਿਆਣੇ 'ਚ ਸਾਡੇ ਸਾਹਮਣੇ ਐਗਜ਼ਾਮਪਲ ਆ ਗਈ ਹੈਗੀ ਹੈ, ਉੱਥੇ 16 ਲੱਖ ਕਿਸਾਨ ਨੇ। ਉੱਥੇ ਜਿਹੜੇ ਮਨੋਹਰ ਲਾਲ ਖੱਟਰ ਹੋਰਾਂ ਨੇ ਕਿਹਾ ਕਿ ਅਸੀਂ ਡਾਇਰੈਕਟ ਪੇਮੈਂਟ ਕਰਾਂਗੇ, ਪਰ 16 ਲੱਖ ਦੇ ਵਿੱਚੋਂ ਜਿਹੜੇ ਕੱਲ੍ਹ ਤੱਕ ਸਾਹਮਣੇ ਆਇਆ ਕਿ 8 ਲੱਖ ਕਿਸਾਨਾਂ ਨੇ ਅਜੇ ਉੱਥੇ ਆਪਣਾ ਰਜਿਸਟ੍ਰੇਸ਼ਨ ਕਰਵਾਈ ਹੈਗੀ ਹੈ। ਤਾਂ ਐਡੀ ਵੱਡੀ ਐਕਸਰਸਾਈਜ਼ ਹੈ। ਪੰਜਾਬ ਦੇ ਵਿੱਚ ਵੀ 10.5 ਲੱਖ ਕਿਸਾਨ ਹੈ। ਅਗਰ ਤੁਸੀਂ ਇਹਨਾਂ ਨੂੰ ਕਰਨਾ ਵੀ ਚਾਹੁੰਦੇ ਹੋ ਕੋਈ ਫੇਜ਼ ਮੈਨਰ ਦੇ ਵਿੱਚ ਕੋਈ ਕਰਦੇ ਹੋ, ਇਹਨੂੰ ਇੱਕ ਪੜਾਅ ਦੇ ਵਿੱਚ ਰੱਖ ਲਓ
ਕਿਉਂਕਿ ਹੁਣ ਤਾਂ ਹਰਿਆਣਾ 'ਚ ਤਾਂ ਸਰਕਾਰ ਸਹਿਮਤ ਹੈਗੀ ਹੈ ਡਾਇਰੈਕਟ ਪੇਮੈਂਟ ਲਈ। ਉੱਥੇ ਵੀ ਕਿੰਨੀਆਂ ਦਿੱਕਤਾਂ ਖੜੀਆਂ ਹੋ ਗਈਆਂ। ਇਹਨਾਂ ਨੂੰ ਦਿੱਕਤਾਂ ਨੂੰ ਦੇਖਦੇ ਜਿੱਥੇ ਪੰਜਾਬ ਦੇ ਆੜ੍ਹਤੀਏ ਉੱਠੇ ਨੇ ਉੱਥੇ ਹਰਿਆਣੇ ਦੇ ਆੜ੍ਹਤੀਏ ਵੀ ਉੱਠੇ ਨੇ ਜੀ ਬਿਲਕੁਲ ਕਿਉਂਕਿ ਮਨੋਹਰ ਲਾਲ ਖੱਟਰ ਨੇ ਤਾਂ ਕੱਲ੍ਹ ਪੱਲਾ ਝਾੜ ਲਿਆ ਕਿ ਤੁਸੀਂ ਜੀ FCI ਨਾਲ ਗੱਲ ਕਰੋ। ਜੀ ਤਾਂ ਉਹਨਾਂ ਨੇ ਵੀ ਕਹਿ ਦਿੱਤਾ ਕਿ ਅਸੀਂ ਜੇ ਇਦਾਂ ਚੱਲੇਗਾ ਤਾਂ ਅਸੀਂ ਜਿਹੜੇ ਇਸ ਚੀਜ਼ ਦਾ ਬਾਈਕਾਟ ਕਰਾਂਗੇ। ਜੀ ਤੇ ਦੂਸਰੀ ਤਰਫ ਜੇ ਦੇਖੀਏ ਸੈਂਟਰ ਤੋਂ ਇਲਾਵਾ ਜੇ ਸਟੇਟ ਗਵਰਨਮੈਂਟ ਦੀ ਗੱਲ ਕਰੀਏ, ਸਟੇਟ ਗਵਰਨਮੈਂਟ ਸਾਡੀ ਹੁਣ ਤੱਕ ਅਵੇਸਲੀ ਰਹੀ। ਜੀ ਜਿਹੜੀਆਂ ਗੱਲਾਂ ਸਾਡੇ ਰਾਜ ਦੇ ਮੁੱਖ ਮੰਤਰੀ ਨੂੰ ਕਰਨੀਆਂ ਚਾਹੀਦੀਆਂ ਸੀ, ਇਹਨਾਂ ਨੂੰ ਹੁਣ ਟਾਈਮ ਲੈ ਰਹੇ ਹਾਂ ਅਸੀਂ ਜੀ ਪ੍ਰਾਈਮ ਮਿਨਿਸਟਰ ਤੋਂ, ਹੋਮ ਮਿਨਿਸਟਰ ਤੋਂ। ਇਹ ਟਾਈਮ ਸਾਨੂੰ 1 ਮਹੀਨਾ ਪਹਿਲਾਂ ਮੰਗਣਾ ਚਾਹੀਦਾ ਸੀ ਬਿਲਕੁਲ ਐਡਵਾਂਸ 'ਚ, ਕਿਉਂਕਿ ਤਿਆਰੀਆਂ ਤਾਂ ਪਹਿਲਾਂ ਐਡਵਾਂਸ 'ਚ ਹੋਣੀਆਂ ਚਾਹੀਦੀਆਂ ਨੇ। ਅਸੀਂ ਖੜੇ ਪੈਰ ਹੁਣ ਟਾਈਮ ਮੰਗ ਰਹੇ ਹਾਂ। ਪਹਿਲੀ ਗੱਲ ਤਾਂ ਕਿ ਅਸੀਂ ਉਹਨਾਂ ਨੂੰ ਐਡਮਿਟ ਹੀ ਕਰ ਲਿਆ ਕਿ ਅਸੀਂ ਡਾਇਰੈਕਟ ਪੇਮੈਂਟ ਕਰਨ ਲਈ ਰਜ਼ਾਮੰਦ ਹਾਂ। ਅਸੀਂ ਸਿਰਫ ਉਹਨਾਂ ਤੋਂ ਮੁਹਲਤ ਮੰਗ ਰਹੇ ਹਾਂ ਤੇ ਸੈਂਟਰ ਗਵਰਨਮੈਂਟ ਵੀ ਕਹਿ ਰਹੀ ਕਿ ਅਸੀਂ ਤੁਹਾਨੂੰ ਮੁਹਲਤ ਦੇ ਕੇ ਥੱਕ ਗਏ ਹਾਂ। ਜੀ ਜਦੋਂ ਅਸੀਂ ਰਜ਼ਾਮੰਦ ਹੈਗੇ ਤਾਂ ਜਿਹੜੇ ਬਾਕੀ 1 ਸਾਲ ਦੀ ਅਸੀਂ ਚਾਹੁੰਦੇ ਹਾਂ ਵੀ ਹੁਣ ਆਹ ਸੀਜ਼ਨ ਸਾਡਾ ਲੰਘ ਜੇ ਇਸ ਤਰ੍ਹਾਂ ਹੀ, ਜਿਸ ਤਰ੍ਹਾਂ ਪਹਿਲਾਂ ਕੋਵਿਡ ਵਾਲੇ ਟਾਈਮ ਦੇ ਵਿੱਚ ਅਸੀਂ ਕੀਤਾ ਹੈਗਾ, ਤਾਂ ਹੁਣ ਮੁਹਲਤ ਮੰਗੀ ਜਾਂਦੇ ਆ। ਇਹਦੇ ਲਈ ਕਿਸਾਨ ਧਿਰਾਂ ਵੀ ਕਹਿੰਦੀਆਂ ਨੇ, ਕਿਸਾਨ ਧਿਰਾਂ ਇਸ ਗੱਲ 'ਚ ਤਾਂ ਸਹਿਮਤ ਹੈ ਕਿ ਚਲੋ ਡਾਇਰੈਕਟ ਪੇਮੈਂਟ ਹੋਣੀ ਚਾਹੀਦੀ ਹੈ, ਪਰ ਉਹਨਾਂ ਨੂੰ ਲੱਗਦਾ ਕਿ ਸੈਂਟਰ ਗਵਰਨਮੈਂਟ ਨੇ ਜਿਹੜਾ ਇਹ ਮੌਕਾ ਜਿਹੜਾ ਉਹ ਠੀਕ ਨਹੀਂ ਚੁਣਿਆ ਹੈਗਾ। ਤਾਂ ਜਿੱਥੇ ਸਟੇਟ ਸਰਕਾਰ ਵੀ ਚਾਹੁੰਦੀ ਹੈ ਵੀ ਮੁਹਲਤ ਮਿਲੇ, ਉੱਥੇ ਸਾਡੀਆਂ ਜਿਹੜੀਆਂ ਕਿਸਾਨ ਧਿਰਾਂ ਨੇ ਉਹ ਵੀ ਚਾਹੁੰਦੀਆਂ ਨੇ ਕਿ ਇਸ ਵਾਰ ਇਸ ਨੂੰ ਛੋਟ ਮਿਲ ਜਾਣੀ ਚਾਹੀਦੀ ਹੈ। ਇਸ ਤੋਂ ਇਲਾਵਾ ਜਿਹੜੀ ਭਾਜਪਾ ਦੀ ਸਟੇਟ ਲੀਡਰਸ਼ਿਪ ਹੈ ਉਹਨੇ ਵੀ ਇਹੀ ਕਿਹਾ ਹੈਗਾ। ਉਹਨਾਂ ਨੇ ਕਿਹਾ ਕਿ ਡਾਇਰੈਕਟ ਪੇਮੈਂਟ ਹੋਣੀ ਚਾਹੀਦੀ ਹੈ, ਪਰ ਜਿਸ ਤਰ੍ਹਾਂ ਸਾਬਕਾ ਮੰਤਰੀ ਸੁਰਜੀਤ ਕੁਮਾਰ ਜੈਨੀ ਜੀ ਨੇ ਜਾਂ ਮਦਨ ਮੋਹਨ ਮਿੱਤਲ ਜੀ ਨੇ, ਉਹਨਾਂ ਨੇ ਵੀ ਇਹ ਕਿਹਾ ਕਿ ਅਸੀਂ ਇਸ ਗੱਲ ਦੀ ਹੱਕ 'ਚ ਹੈਗੇ ਹਾਂ ਕਿ ਇਸ ਵਾਰ ਜਿਹੜਾ ਮਾਮਲਾ ਹੈ ਟਾਲ ਦੇਣਾ ਚਾਹੀਦਾ। ਸੋ ਚੰਗੀ ਗੱਲ ਇਹ ਹੈ ਕਿ 2 ਦਿਨ ਸਾਡੇ ਕੋਲੇ ਬਚੇ ਨੇ। ਕੱਲ੍ਹ ਵਾਲੀ ਜਿਹੜੀ ਮੀਟਿੰਗ ਹੈ ਉਹਦੇ ਵਿੱਚ ਸੈਂਟਰ ਸਰਕਾਰ ਨੂੰ ਚਲੋ ਠੀਕ ਆ ਉਹ ਲਾਗੂ ਕਰਨਾ ਚਾਹੁੰਦੇ, ਦੇਰ ਸਵੇਰ ਜੇ ਰਿਫਾਰਮ ਦੇ ਨਾਂ ਹੇਠ ਕਰ ਲੇ, ਪਰ ਇਹ ਮੌਕਾ ਜਿਹੜਾ ਢੁਕਵਾਂ ਨਹੀਂ। ਤੇ ਟਾਈਮ ਨੂੰ ਦੇਖਦੇ ਹੋਏ ਕਿ ਕਿਸਾਨਾਂ ਕੋਲ ਸਿਰਫ 1 ਦਿਨ ਦਾ ਸਮਾਂ ਬਚਿਆ ਹੈ, ਇਸ ਨੂੰ ਘੱਟੋ ਘੱਟ ਇਸ ਸੈਸ਼ਨ ਲਈ ਜਿਹੜਾ ਹੈਗਾ ਮੁਹਲਤ ਦੇ ਦੇਣੀ ਚਾਹੀਦੀ ਹੈ। ਚਰਨਜੀਤ ਜੀ, ਜਿਵੇਂ ਤੁਸੀਂ ਦੱਸਿਆ ਵੀ ਕਿ ਸਰਕਾਰ ਇਸ ਸਮੇਂ ਜਦੋਂ ਦੇਸ਼ 'ਚ ਅੰਦੋਲਨ ਚੱਲ ਰਿਹਾ, ਆੜਤੀ ਤੇ ਕਿਸਾਨ ਇਕੱਠੇ ਜਿਹੜੇ ਹੈ ਸਰਕਾਰ ਦੇ ਕਾਨੂੰਨਾਂ ਦਾ ਵਿਰੋਧ ਕਰ ਰਹੇ ਨੇ, ਉਸ ਸਮੇਂ ਜਿਹੜਾ ਹੈ ਡਾਇਰੈਕਟ ਪੇਮੈਂਟ ਕੀਤੀ ਜਾਂਦੀ ਹੈ। ਜੇਕਰ ਇਹ ਡਾਇਰੈਕਟ ਪੇਮੈਂਟ ਕੀਤੀ ਜਾਂਦੀ ਹੈ, ਇਹਦੇ ਨਾਲ ਆੜਤੀਆਂ ਤੇ ਕਿਸਾਨਾਂ ਵਿੱਚ ਜਿਹੜੀ ਆਪਸੀ ਭਾਈਚਾਰਾ ਹੈ ਉਸ 'ਤੇ ਕਿਸ ਤਰ੍ਹਾਂ ਦਾ ਅਸਰ ਦੇਖਣ ਨੂੰ ਮਿਲੇਗਾ? ਦੇਖੋ, ਇਹਦੇ ਵਿੱਚ ਅਸੀਂ ਇਹਨੂੰ ਪੋਜ਼ਿਟਿਵ ਸਾਈਡ ਵੀ ਲੈ ਸਕਦੇ ਹਾਂ ਕਿ ਨੈਗੇਟਿਵ ਸਾਈਡ ਵੀ ਲੈ ਸਕਦੇ ਹੈਗੇ ਹਾਂ। ਹੁਣ ਤੱਕ ਦਾ ਜੇ ਅਸੀਂ ਹਿਸਟਰੀ ਦੇਖੀਏ ਸਾਡੀ, ਤਾਂ ਕਿਸਾਨਾਂ ਔਰ ਆੜਤੀਆਂ ਦੇ ਵਿੱਚ ਇੱਕ ਬੜਾ ਨੇੜੇ ਦੀ ਤੰਦ ਜੁੜੀ ਹੋਈ ਹੈ ਸ਼ੁਰੂ ਤੋਂ ਲੈ ਕੇ। ਵਿਗਾੜ ਤਾਂ ਇਹਨਾਂ ਦਾ ਉਦੋਂ ਸ਼ੁਰੂ ਹੋਣਾ ਆ ਗਿਆ ਕਿ ਜਿੰਨਾ ਚਿਰ ਤਾਂ ਆੜਤੀਏ ਰਹੇ ਉਹਨਾਂ ਟਾਈਮ ਕਿਤੇ ਵਿਗਾੜ ਨਹੀਂ ਆਇਆ। ਦੇਖਿਆ ਜਾਵੇ ਤਾਂ ਇਹਨਾਂ ਦਾ ਸੰਬੰਧ ਬੱਚੇ ਦੀ ਤੜਾਗੀ ਤੋਂ ਲੈ ਕੇ ਬੱਚੇ ਦੀ ਮੌਤ ਤੱਕ ਹੈਗੀ ਆ। ਇਹਨਾਂ ਦੀ ਭੂਮਿਕਾ ਆੜਤੀਏ ਦੀ ਹਮੇਸ਼ਾ ਰਹੀ ਹੈ। ਕਿਸਾਨੀ ਦੇ ਹਮੇਸ਼ਾ ਦੁੱਖ ਸੁੱਖ ਦੇ ਵਿੱਚ ਆੜਤੀਆ ਖੜਦਾ ਰਿਹਾ ਹੈ, ਆੜਤੀਏ ਦੇ ਦੁੱਖ ਸੁੱਖ ਦੇ ਵਿੱਚ ਕਿਸਾਨ ਖੜਦਾ ਰਿਹਾ ਹੈ। ਬੜਾ ਨੇੜੇ ਦਾ ਰਿਸ਼ਤਾ ਰਿਹਾ ਹੈ। ਵਿਗਾੜ ਉਦੋਂ ਆਤਿਸ਼ ਆਉਣਾ ਸ਼ੁਰੂ ਹੋ ਗਿਆ ਸੀ ਕਿ ਜਦੋਂ ਆੜਤੀਏ ਨੇ ਮਨੀ ਲੈਂਡਰ ਵਾਲੀ ਜਿਹੜੀ ਭੂਮਿਕਾ ਨਿਭਾਉਣੀ ਸ਼ੁਰੂ ਕਰ ਦਿੱਤੀ ਸੀਗੀ, ਕਿ ਜਦੋਂ ਆੜਤੀਏ 'ਤੇ ਉਂਗਲ ਉੱਠਣ ਲੱਗ ਗਈ ਸੀ। ਅਸੀਂ ਦੇਖਦੇ ਹਾਂ ਕਿ ਜਦੋਂ ਹਰੀ ਕ੍ਰਾਂਤੀ ਤੋਂ ਬਾਅਦ ਵਾਲਾ ਜਦੋਂ ਸਾਡੀ ਪ੍ਰੋਡਕਸ਼ਨ ਦੇ ਵਿੱਚ ਸਰਪਲਸ ਹੋ ਗਏ ਸੀ, ਅਸੀਂ ਖਾਸ ਕਰਕੇ ਅਸੀਂ 90 ਦੇ ਵਿੱਚ ਪਹੁੰਚ ਗਏ ਸੀ। 90 ਦੇ ਵਿੱਚ ਇਹ ਆ ਕਿ ਜਦੋਂ ਸਾਡੀ ਮਾਲਵੇ ਦੀ ਵਿੱਚ ਕਾਟਨ ਬੈਲਟ ਦੇ ਵਿੱਚ ਜਦੋਂ ਕਾਟਨ ਕ੍ਰੌਪ ਫੇਲ ਹੋਣ ਲੱਗ ਗਈ, ਉਦੋਂ ਜਿਹੜਾ ਕਿਸੇ ਕਿ ਕਿਸਾਨ ਹੈ ਜਿਹੜਾ ਉਹ ਥੱਲੇ ਨੂੰ ਆਉਂਦਾ ਗਿਆ, ਆੜਤੀਆ ਜਿਹੜਾ ਉੱਪਰ ਨੂੰ ਜਾਂਦਾ। ਕਿਹਾ ਤਾਂ ਇਹ ਜਾਂਦਾ ਕਿ ਜੇ ਖੇਤੀ ਅਰਥਚਾਰਾ ਫੇਲ ਹੁੰਦਾ ਹੈ ਤਾਂ ਉਸ ਦਾ ਸਮੁੱਚੇ ਅਰਥਚਾਰੇ 'ਤੇ ਅਸਰ ਪੈਂਦਾ ਹੈਗਾ ਖੇਤੀ ਦਾ, ਪਰ ਹੋਇਆ ਉਲਟ ਕਿ ਕਿਸਾਨ ਡਾਊਨ ਚਲਾ ਗਿਆ, ਆੜਤੀਆ ਜਿਹੜਾ ਅਪ ਹੁੰਦਾ ਗਿਆ। ਇਸ ਟਾਈਮ ਜਿੱਥੇ ਪੋਜ਼ਿਟਿਵ ਸਾਈਡ ਦੇਖਣ ਨੂੰ ਮਿਲੇ ਕਿ ਆਪਸ 'ਚ ਇੱਕ ਦੂਜੇ ਦੇ ਦੁੱਖ ਦੇ ਵਿੱਚ ਸ਼ਰੀਕ ਹੁੰਦੇ ਨੇ, ਉੱਥੇ ਕਿਤੇ ਨਾ ਕਿਤੇ ਇਸ ਤਰ੍ਹਾਂ ਦੇ ਚਰਚੇ ਵੀ ਰਹੇ ਨੇ। ਜਿਹੜੀ ਆੜਤੀਏ ਦੀ ਲੁੱਟ ਹੈ ਉਸ 'ਤੇ ਵੀ ਜਿਹੜੇ ਸਵਾਲ ਉੱਠਦੇ ਰਹੇ ਨੇ ਹਮੇਸ਼ਾ ਹੀ, ਸ਼ੁਰੂ ਤੋਂ ਲੈ ਕੇ ਐਂਡ ਤੱਕ। ਹੁਣ ਜਿਹੜੀ ਇਹਦੇ ਜਦੋਂ ਦਾ ਕਿਸਾਨੀ ਘੋਲ ਚੱਲਿਆ ਤਾਂ ਉਹਦੇ ਵਿੱਚ ਦੇਖੀ ਤਾਂ ਉਹਦੇ ਵਿੱਚ ਆੜਤੀਆਂ ਦਾ ਜਿਹੜਾ ਪੋਜ਼ਿਟਿਵ ਸਾਈਡ ਰਹੀ ਹੈ ਕਿ ਜਿਸ ਤਰ੍ਹਾਂ ਕਿਸਾਨਾਂ 'ਤੇ ਵਿਪਤਾ ਪਈ ਹੈ, ਉਸ ਵਿਪਤਾ ਦੀ ਘੜੀ ਦੇ ਵਿੱਚ ਆੜਤੀਆਂ ਨੇ ਕਿਸਾਨਾਂ ਨੂੰ ਅਲੱਗ ਨਹੀਂ ਛੱਡਿਆ। ਸਾਡੇ ਇੱਧਰ ਮਾਲਵੇ ਦੇ ਵਿੱਚੋਂ, ਦੁਆਬੇ ਦੇ ਵਿੱਚੋਂ, ਮਾਝੇ ਦੇ ਵਿੱਚੋਂ ਬਹੁਤ ਸਾਰੇ ਆੜਤੀਏ ਜਿਹੜੇ ਬੱਸਾਂ ਭਰ ਕੇ ਦਿੱਲੀ ਉਹਨਾਂ ਦੇ ਮਜ਼ਾਰਿਆਂ ਦੇ ਵਿੱਚ ਜਾਂਦੇ ਰਹੇ ਨੇ। ਹਾਲਾਂਕਿ ਇਨਕਮ ਟੈਕਸ ਦੀਆਂ ਰੇਟਸ ਦਾ ਵੀ ਆੜਤੀਆਂ ਨੂੰ ਸਾਹਮਣਾ ਕਰਨਾ ਪਿਆ, ਪਰ ਇਸ ਵੇਲੇ ਜਿਹੜੀ ਤੰਦ ਹੈ ਦੋਨਾਂ ਧਿਰਾਂ ਦੀ ਜੁੜੀ ਹੋਈ ਹੈ। ਇਸੇ ਕਰਕੇ ਕਿਸਾਨ ਧਿਰਾਂ ਵੀ ਕਹਿ ਰਹੀਆਂ ਨੇ ਕਿ ਆੜਤੀਆਂ ਨੂੰ ਇਸ ਮੌਕੇ ਜਿਹੜਾ ਇਸ ਤਰ੍ਹਾਂ ਦੇ ਜਾਲ ਦੇ ਵਿੱਚ ਨਹੀਂ ਫਸਾਉਣਾ ਚਾਹੀਦਾ। ਚਾਹੇ ਕਿ ਬਹੁਤ ਸਾਰੇ ਜਿਹੜੇ ਕਿਸਾਨ ਆਗੂ ਉਹ ਕਹਿੰਦੇ ਨੇ ਕਿ ਅਸੀਂ ਡਾਇਰੈਕਟ ਪੇਮੈਂਟ ਦੇ ਹੱਕ ਦੇ ਵਿੱਚ ਹਾਂ, ਪਰ ਟਾਈਮਿੰਗ ਦੇ ਹੱਕ ਦੇ ਵਿੱਚ ਨਹੀਂ ਹੈਗੇ ਆ। ਤਾਂ ਜਿਹੜੇ ਆੜਤੀਏ ਹੈ ਉਹਨਾਂ ਨੂੰ ਜੇ ਅਸੀਂ ਥੋੜ੍ਹੀ ਜਿਹੀ ਪੜਚੋਲ ਕਰੀਏ, ਦੇਖੀਏ ਆਤਿਸ਼, ਤਾਂ ਕਿਤੇ ਨਾ ਕਿਤੇ ਕੁਝ ਖਦਸ਼ੇ ਨੇ ਜਿਹੜੇ ਉਹਨਾਂ ਨੂੰ ਤੌਖਲੇ ਨੇ, ਜਿਹੜੇ ਉਹਨੂੰ ਸਤਾ ਰਹੇ ਨੇ ਅੰਦਰੋਂ ਅੰਦਰੀ, ਪਰ ਉਹ ਜ਼ਾਹਰ ਨਹੀਂ ਕਰ ਰਹੇ। ਸਭ ਤੋਂ ਵੱਡਾ ਤਾਂ ਉਹਨਾਂ ਨੂੰ ਇਹ ਲੱਗਦਾ ਕਿ ਜੇ ਕਿਸਾਨਾਂ ਨੂੰ ਡਾਇਰੈਕਟ ਪੇਮੈਂਟ ਹੁੰਦੀ ਹੈ ਤਾਂ ਉਹਦੇ ਨਾਲ ਕੀ ਹੋਏਗਾ ਕਿ ਜਿਹੜੇ ਆੜਤੀਆਂ ਦੇ ਕਰਜ਼ੇ ਕਿਸਾਨਾਂ ਵੱਲ ਖੜੇ ਹੈ, ਉਹਨਾਂ ਨੂੰ ਲੱਗਦਾ ਕਿ ਉਹ ਸਾਡੇ ਜਿਹੜੇ ਕਰਜ਼ੇ ਆ ਉਹ ਡੁੱਬ ਜਾਣਗੇ।
ਇਹ ਬਹੁਤ ਵੱਡਾ ਉਹਨਾਂ ਨੂੰ ਤੌਖਲਾ ਲੱਗਦਾ ਹੈਗਾ। ਦੂਸਰਾ ਇਹ ਲੱਗਦਾ ਕਿ ਜੇ ਇਹ ਡਾਇਰੈਕਟ ਪੇਮੈਂਟ ਹੁੰਦੀ ਹੈ ਤਾਂ ਜਿਹੜੇ ਉਹਨਾਂ ਦੇ ਜਿਹੜੇ ਸਹਾਇਕ ਕਾਰੋਬਾਰ ਨੇ ਇੱਕ ਦੂਜੇ ਨਾਲ ਜੁੜੇ ਹੋਏ ਹੁੰਦੇ ਨੇ। ਜਿਸ ਤਰ੍ਹਾਂ ਬਹੁਤ ਸਾਰੇ ਆੜ੍ਹਤੀਆਂ ਦੇ ਆਪਣੇ ਪੈਟਰੋਲ ਪੰਪ ਨੇ, ਉਹਨਾਂ ਦੀਆਂ ਕੱਪੜਿਆਂ ਦੀਆਂ ਦੁਕਾਨਾਂ ਹੈਗੀਆਂ ਨੇ, ਉਹਨਾਂ ਜਵੈਲਰੀ ਦੀਆਂ ਦੁਕਾਨਾਂ ਹੈਗੀਆਂ ਨੇ। ਕਿਉਂ ਮੋਸਟਲੀ ਕੀ ਹੁੰਦਾ ਕਿ ਜਦੋਂ ਉਧਾਰ ਚੱਕਦਾ ਹੈਗਾ ਕਿਸਾਨ ਤਾਂ ਉਸ ਆੜ੍ਹਤੀਏ ਦੀ ਬਾਕੀ ਜਿਹੜੀ ਜਿਵੇਂ ਪੈਸਟੀਸਾਈਡ ਦੀ ਸ਼ਾਪ ਹੈ, ਸੀਡ ਦੀ ਸ਼ਾਪਸ ਹੈਗੀਆਂ ਨੇ, ਉੱਥੋਂ ਹੀ ਜਿਹੜਾ ਕਿਸਾਨ ਹੈ ਉਹ ਬੀਜ ਖਰੀਦ ਕਰਦਾ, ਉੱਥੋਂ ਹੀ ਜਿਹੜੇ ਪੈਸਟੀਸਾਈਡ ਖਰੀਦ ਕਰਦਾ। ਤਾਂ ਉਹਨੂੰ ਲੱਗਦਾ ਕਿ ਇਹ ਚੀਜ਼ਾਂ ਵੀ ਹਿੱਟ ਹੋਣਗੀਆਂ ਸਾਡੀਆਂ। ਸਭ ਤੋਂ ਵੱਡਾ ਜਿਹੜਾ ਮੈਨੂੰ ਲੱਗਦਾ ਹੈਗਾ, ਮੈਂ ਮਹਿਸੂਸ ਕਰਦਾ, ਬਾਕੀ ਵੀ ਸਾਰੇ ਓਬਜ਼ਰਵ ਕਰਦੇ ਹੋਣਗੇ ਇਸ ਗੱਲ ਨੂੰ, ਕਿ ਜਿਹੜਾ ਮਨੀ ਲੈਂਡਰ ਵਾਲਾ ਰੋਲ ਹੈਗਾ। ਦੇਖੋ ਆੜ੍ਹਤੀਆਂ ਨੂੰ ਜਿਹੜਾ ਆੜਤ ਮਿਲਦੀ ਹੈਗੀ ਹੈ, ਸੈਂਟਰ ਗੌਰਨਮੈਂਟ ਦਿੰਦੀ ਹੈ 2.5%, ਉਹਦੇ ਵਿੱਚ ਨੋ ਡਾਊਟ ਉਹ ਮਿਲਦੀ ਰਹਿਣੀ ਹੈਗੀ ਹੈ। ਪਰ ਆੜਤ ਦੀ ਆੜ ਦੇ ਵਿੱਚ ਜਿਹੜਾ ਮਨੀ ਲੈਂਡਿੰਗ ਦਾ ਕੰਮ ਹੈ ਉਸ 'ਤੇ ਕੁਐਸਚਨ ਉੱਠਦਾ ਮੇਨ। ਉਹਨਾਂ ਨੂੰ ਲੱਗਦਾ ਕਿ ਜੇ ਅਸੀਂ, ਕਿਉਂਕਿ ਇਹ ਰਲਗੱਡ ਕੀਤਾ ਹੋਇਆ, ਬਹੁਤ ਸਾਰੀਆਂ ਸਟੇਟਾਂ ਦੇ ਵਿੱਚ ਮਨੀ ਲੈਂਡਿੰਗ ਐਕਟ ਬਣਿਆ, ਉਹਦੇ ਆੜ੍ਹਤੀਆਂ ਨੇ ਆਪਣੇ ਆਪ ਨੂੰ ਰਜਿਸਟਰਡ ਕੀਤਾ ਹੋਇਆ ਅਲੱਗਾ ਤੌਰ 'ਤੇ। ਪਰ ਪੰਜਾਬ ਦੇ ਵਿੱਚ ਵੀ ਮਨੀ ਲੈਂਡਿੰਗ ਐਕਟ ਬਣਿਆ ਹੋਇਆ, ਪਰ ਕਿਸੇ ਵੀ ਆੜ੍ਹਤੀਆਂ ਨੇ ਉਹਦੇ ਵਿੱਚ ਰਜਿਸਟਰਡ ਨਹੀਂ ਕੀਤਾ ਹੋਇਆ। ਇਹ ਕਿਸਾਨਾਂ ਨੂੰ ਵਿਆਜ 'ਤੇ ਪੈਸੇ ਦਿੰਦੇ ਨੇ, ਵਿਆਜ 'ਤੇ ਵਿਆਜ ਵੀ ਲੱਗਦਾ ਰਿਹਾ। ਤਾਂ ਜਿਹੜਾ ਵਿਆਜ ਦੇ ਵਿੱਚ ਇਨਕਮ ਹੁੰਦੀ ਹੈ ਉਹਦੇ 'ਚ ਟੈਕਸ ਲੱਗਣਾ ਹੁੰਦਾ, ਉਸ ਤੋਂ ਵੀ ਬਚਾਓ ਹੋ ਜਾਂਦਾ ਹੈ। ਇਹ ਕੁਛ ਇਸ ਕਿਸਮ ਦੇ ਖਤਰੇ ਲੱਗਦੇ ਨੇ ਉਹਨਾਂ ਨੂੰ ਅੰਦਰੂਨੀ ਤੌਰ 'ਤੇ, ਆੜ੍ਹਤੀਆਂ ਨੂੰ। ਅਤੇ ਕਿਸਾਨਾਂ ਨੂੰ ਵੀ ਕਿਤੇ ਨਾ ਕਿਤੇ ਲੱਗਦਾ ਹੈ, ਕਿਸਾਨਾਂ ਨੂੰ ਇੱਕ ਡਰ ਜਿਹੜਾ ਇਹਨਾਂ ਦਿਨਾਂ 'ਚ ਉੱਠ ਰਿਹਾ ਡਾਇਰੈਕਟ ਪੇਮੈਂਟ ਤੋਂ, ਇਹ ਉੱਠ ਰਿਹਾ ਹੈਗਾ ਕਿ ਉਹਨਾਂ ਨੂੰ ਲੱਗਦਾ ਕਿ ਜੇ ਡਾਇਰੈਕਟ ਪੇਮੈਂਟ ਜਿਹੜੀ ਬੈਂਕਾਂ 'ਚ ਆਉਣੀ ਸ਼ੁਰੂ ਹੋ ਗਈ, ਮੰਨ ਲਓ ਕਿਸੇ ਕਿਸਾਨ ਦਾ ਜਿਹੜਾ ਕਰਜ਼ ਲਿਆ, ਕਿਸਾਨ ਨੇ SBI ਤੋਂ ਕਰਜ਼ ਲਿਆ, ਉੱਥੇ ਉਹਨੇ ਖਾਤਾ ਦੇ ਆਪਣਾ ਅਕਾਊਂਟ ਨੰਬਰ ਦੇ ਦਿੱਤਾ, ਤਾਂ ਜਦੋਂ ਵੀ ਉਹਦੀ ਜਿੰਸ ਦੀ ਪੇਮੈਂਟ ਆਏਗੀ ਤਾਂ ਉਸ ਖਾਤੇ 'ਚ ਆਏਗੀ। ਤਾਂ ਕਿਸਾਨਾਂ ਦੇ ਵਿੱਚ ਇੱਕ ਡਰ ਪਾਇਆ ਜਾਣ ਲੱਗਿਆ ਕਿ ਇਹ ਨਾ ਹੋਵੇ ਕਿ ਬੈਂਕਾਂ ਵਾਲੇ ਸਾਡੀਆਂ ਕਿਸ਼ਤਾਂ ਦੇ ਰੂਪ ਵਿੱਚ ਸਾਡੀ ਜਿਹੜੀ ਜਿੰਸ ਦੀ ਰਾਸ਼ੀ ਹੈ ਉਹਦੇ ਵਿੱਚ ਕੱਟ ਲਾਉਣਾ ਸ਼ੁਰੂ ਕਰ ਦੇਣ, ਉਹਨੂੰ ਕਿਸ਼ਤਾਂ ਦੇ ਰੂਪ ਦੇ ਵਿੱਚ ਲੈਣਾ ਸ਼ੁਰੂ ਕਰ ਦੇਣ। ਇਸੇ ਕਰਕੇ ਆੜ੍ਹਤੀ ਡਰ ਹੈ ਕਿ ਇਹ ਜਿਹੜੀ ਬੈਂਕਾਂ ਦੀ ਰਿਕਵਰੀ ਹੈ ਉਹ ਤਾਂ ਵੱਧ ਜਾਏਗੀ ਔਰ ਸਾਡਾ ਜਿਹੜਾ ਕਰਜ਼ਾ ਹੈ ਉਹ ਡੁੱਬ ਜਾਏਗਾ। ਚਰਨਜੀਤ ਜੀ, ਇੱਕ ਵੱਡਾ ਸਵਾਲ ਇਹ ਵੀ ਖੜਾ ਹੋ ਰਿਹਾ ਹੈ ਵੀ ਕਿ ਜੇਕਰ ਸਿੱਧੀ ਅਦਾਇਗੀ ਕੀਤੀ ਜਾਂਦੀ ਹੈ ਤਾਂ ਆੜ੍ਹਤੀਆਂ ਨੂੰ ਕਿੰਨੇ ਕੁ ਨੁਕਸਾਨ ਦਾ ਜਿਹੜਾ ਕਿ ਸਾਹਮਣਾ ਕਰਨਾ ਪਵੇਗਾ? ਦੇਖੋ ਜਿਸ ਤਰ੍ਹਾਂ ਦਾ ਹੁਣ ਸਾਹਮਣੇ ਆਇਆ ਸਾਡੇ ਕੋਲ, ਉਹਦੇ 'ਚ ਇਹ ਹੈ ਕਿ ਫਾਈਨੈਂਸ਼ੀਅਲੀ ਲਾਸ ਤਾਂ ਕਿਸੇ ਕਿਸਮ ਦਾ ਨਹੀਂ ਹੋਣ ਵਾਲਾ ਜੀ, ਕਿਉਂਕਿ ਕਿਉਂਕਿ ਭਾਰਤ ਸਰਕਾਰ ਹਰ ਆੜ੍ਹਤੀਏ ਨੂੰ 2.5% ਕਮਿਸ਼ਨ ਦਿੰਦੀ ਹੈ, ਜਿਹਨੂੰ ਦਾਮੀ ਕਿਹਾ ਜਾਂਦਾ ਹੈਗਾ। ਪਹਿਲਾਂ ਤਾਂ ਇਹ ਸੀ ਕਿ ਜਿਸ ਤਰ੍ਹਾਂ ਜਿੰਸ ਦੀ ਫਸਲ MSP ਤੈਅ ਹੁੰਦੀ ਸੀ ਉਹਦੇ ਲਿਹਾਜ਼ 2.5% ਕੱਢ ਦਿੱਤਾ ਜਾਂਦਾ ਸੀਗਾ। ਜਿਵੇਂ ਜਿਵੇਂ MSP ਵੱਧਦੀ ਸੀ, ਆੜ੍ਹਤੀ ਜਿਹੜਾ ਕਮਿਸ਼ਨ ਹੈ ਉਹ ਵੀ ਵੱਧਦਾ ਜਾਂਦਾ ਸੀ। ਪਰ ਹੁਣ ਭਾਰਤ ਸਰਕਾਰ ਨੇ ਇਹ ਕਰ ਦਿੱਤਾ ਹੈਗਾ ਕਿ 2.5% ਉਹ 'ਤੇ ਕੈਪ ਕਰ ਦਿੱਤਾ, ਉਹਨੂੰ ਕਰਟੇਲ ਕਰ ਦਿੱਤਾ ਕਿ ਹੁਣ ਚਾਹੇ MSP ਵਧੇ, ਜਿਵੇਂ 46 ਰੁਪੀਜ਼ ਪਰ ਕੁਇੰਟਲ ਕਰ ਦਿੱਤਾ ਹੈਗਾ। ਹੁਣ ਚਾਹੇ MSP ਵਧੀ ਜਾਵੇ ਪਰ ਉਹ ਜਿਹੜਾ ਕਮਿਸ਼ਨ ਹੈ ਉਹ 46% ਹੀ ਰਹੇਗਾ। ਕਿਉਂਕਿ ਭਾਰਤ ਸਰਕਾਰ ਖਾਸ ਕਰ ਜਿਹੜੀ FCI ਹੈ ਉਹ ਇੰਸੀਡੈਂਟਲ ਚਾਰਜਸ ਦੇ ਰੂਪ ਦੇ ਵਿੱਚ ਆੜ੍ਹਤੀਆਂ ਨੂੰ, ਜਾਂ ਸਾਡੇ ਦੂਸਰੇ ਹੈਗੇ ਨੇ RDF ਹੈ, ਉਹ ਜਾਰੀ ਕਰਦੀ ਹੈਗੀ ਹੈ। ਫਾਈਨੈਂਸ਼ੀਅਲੀ ਤਾਂ ਕੋਈ ਲਾਸ ਨਹੀਂ ਹੋਣਾ, ਕਿਉਂਕਿ ਆੜ੍ਹਤੀਆ ਇੱਕ ਸਾਡਾ ਸਰਵਿਸ ਪ੍ਰੋਵਾਈਡਰ ਹੈਗਾ। ਉਹ ਸਾਡੀ ਜਦੋਂ ਕਿਸਾਨ ਫਸਲ ਲੈ ਕੇ ਆਉਂਦਾ ਮੰਡੀ ਦੇ ਵਿੱਚ, ਤਾਂ ਉਹਦੀ ਜਿਹੜੀ ਅਨਲੋਡ ਕਰਨਾ, ਉਹਦੀ ਸਫਾਈ ਕਰਨੀ, ਫਿਰ ਉਹਦੀ ਭਰਾਈ ਕਰਨੀ, ਫਿਰ ਉਹਦੀ ਤੁਲਾਈ ਕਰਨੀ, ਫਿਰ ਉਹਦੀ ਸਿਲਾਈ ਕਰਨੀ, ਇਹ ਸਾਰੀਆਂ ਸਰਵਿਸਿਜ਼ ਜਿਹੜਾ ਆੜ੍ਹਤੀਆ ਦਿੰਦਾ ਹੈ। ਉਹਦੇ ਬਦਲੇ ਦੇ ਵਿੱਚ ਭਾਰਤ ਸਰਕਾਰ ਉਹਨੂੰ 46 ਰੁਪੀਜ਼ ਹੈ ਜਿਹੜੇ ਪਰ ਕੁਇੰਟਲ ਪਿੱਛੇ ਦਿੰਦੀ ਹੈਗੀ ਹੈ। ਪਰ ਇੱਕ ਲੁਕਵੀਂ ਗੱਲ ਜਿਹੜੀ ਹੁਣ ਪਿਛਲੇ ਦਿਨਾਂ 'ਚ ਜਦੋਂ ਪੀਯੂਸ਼ ਗੋਇਲ ਹੋਰਾਂ ਨੇ ਆਪਣੇ ਮੁੱਖ ਮੰਤਰੀ ਪੰਜਾਬ ਨੂੰ ਇੱਕ ਲੈਟਰ ਲਿਖਿਆ, ਤਾਂ ਉਹਦੇ ਵਿੱਚ ਵੀ ਇਸ ਚੀਜ਼ ਦਾ ਜ਼ਿਕਰ ਆਇਆ ਕਿ ਜਿਹੜੀ ਭਾਰਤੀ ਖੁਰਾਕ ਨਿਗਮ ਹੈ, ਜਿਹਨੂੰ FCI ਕਹਿੰਦੇ ਹਾਂ ਅਸੀਂ, ਉਹਦੇ CMD ਨੇ ਪੰਜਾਬ ਔਰ ਹਰਿਆਣਾ ਦਾ ਦੌਰਾ ਕੀਤਾ ਸੀ। ਉਹਨੇ ਸਾਰੇ ਜਿਹੜੇ ਖਰਚੇ ਉਹਨੂੰ ਐਨਾਲਾਈਜ਼ ਕੀਤਾ ਸੀ। ਤਾਂ ਉਹਨੇ ਜਿਹੜੀ ਸੈਂਟਰ ਦੇ ਸਾਡੇ ਖੁਰਾਕ ਮੰਤਰੀ ਹੈ ਪੀਯੂਸ਼ ਗੋਇਲ ਜੀ, ਉਹਨਾਂ ਨੂੰ ਰਿਪੋਰਟ ਦਿੱਤੀ ਹੈ। ਉਹਦੇ ਵਿੱਚ ਉਹਨਾਂ ਨੇ ਜ਼ਿਕਰ ਕੀਤਾ ਕਿ ਸਾਡੇ ਸਾਹਮਣੇ ਇਹ ਦੇਖਣ ਨੂੰ ਆਇਆ ਕਿ ਅਸੀਂ 46 ਰੁਪੀਜ਼ ਤਾਂ ਦੇ ਰਹੇ ਹਾਂ ਆੜ੍ਹਤੀਏ ਨੂੰ, ਪਰ ਆੜ੍ਹਤੀਏ ਵੱਲੋਂ 12 ਰੁਪਏ ਪਰ ਕੁਇੰਟਲ ਪਿੱਛੇ ਇੱਕ ਕੱਟ ਲਾਇਆ ਜਾ ਰਿਹਾ ਹੈ। ਹੁਣ ਆੜ੍ਹਤੀਆ ਤਾਂ ਇਹ ਕਹਿ ਰਿਹਾ ਕਿ ਜਦੋਂ ਅਸੀਂ ਉਹਦੀ ਅਨਲੋਡ ਕਰਦੇ ਹਾਂ ਫਸਲ, ਉਹਦੀ ਸਫਾਈ ਕਰਦੇ ਹਾਂ, ਉਹਦੇ ਬਦਲੇ 'ਚ ਅਸੀਂ 12 ਰੁਪਏ ਲੈ ਰਹੇ ਹਾਂ। ਠੀਕ ਹੈ, ਪਰ ਸੈਂਟਰ ਗੌਰਨਮੈਂਟ ਕਹਿੰਦੀ ਹੈ ਕਿ ਜਦੋਂ ਅਸੀਂ ਆਲਰੇਡੀ ਤੁਹਾਨੂੰ 46 ਰੁਪੀਜ਼ ਦੇ ਰਹੇ ਹਾਂ ਤੇ ਕਿਸਾਨਾਂ ਦੀ ਜਿਹੜੀ MSP ਹੈ ਉਹ 'ਤੇ ਕਿਉਂ ਕੱਟ ਲਾਇਆ ਜਾ ਰਿਹਾ। ਤਾਂ ਆਉਂਦੇ ਦਿਨਾਂ ਦੇ ਵਿੱਚ ਜਿਹੜੀ ਇਹ ਮੈਨੂੰ ਨਹੀਂ ਲੱਗਦਾ ਕਿ ਮਾਲੀ ਤੌਰ 'ਤੇ ਆੜ੍ਹਤੀਆਂ ਨੂੰ ਕੋਈ ਕਿਸੇ ਕਿਸਮ ਦਾ ਲਾਸ ਹੋਏਗਾ। ਉਹਨਾਂ ਨੂੰ ਜਿਹੜਾ 46 ਪਰ ਰੁਪੀਜ਼ ਪਰ ਕੁਇੰਟਲ ਹੈ ਜਿਹੜਾ ਉਹ ਦਾਮੀ ਹੈ, ਮਿਲਦੀ ਰਹੇਗੀ। ਜੀ ਚਰਨਜੀਤ ਜੀ, ਜੇਕਰ ਗੱਲ ਕਰੀਏ ਕਿਸਾਨੀ ਦਾ ਪਹਿਲਾਂ ਹੀ ਕਿਸਾਨ ਜਿਹੜਾ ਹੈਗਾ ਵਿਪਤਾ 'ਚੋਂ ਲੰਘ ਰਿਹਾ ਹੈ, ਵਿਪਤਾ ਦਾ ਸਾਹਮਣਾ ਕਰ ਰਿਹਾ। ਉਸੇ ਦੌਰਾਨ ਜਿਹੜਾ ਹੈਗਾ ਲੰਘੀ ਰਾਤ ਹਨੇਰੀ ਝੱਖੜ ਚੱਲਿਆ। ਅਸੀਂ ਜਾਣਨਾ ਚਾਹਾਂਗੇ ਉਸ ਦੌਰਾਨ ਪੰਜਾਬ 'ਚ ਕਿੰਨੀ ਕੁ ਫਸਲ ਦਾ ਨੁਕਸਾਨ ਹੋਇਆ, ਜਾਂ ਹੋਰ ਪੰਜਾਬ ਨੂੰ ਕਿਸ ਤਰ੍ਹਾਂ ਇਹ ਨੁਕਸਾਨ ਜਿਹੜੇ ਹੈਗੇ ਲੰਘੀ ਰਾਤ ਇਸ ਹਨੇਰੀ ਝੱਖੜ 'ਚ ਝੱਲਣੇ ਪਏ। ਬਿਲਕੁਲ ਠੀਕ ਹੈ ਤੁਹਾਡੀ ਗੱਲ ਕਿ ਜਿੱਥੇ ਕਿਸਾਨ ਨੂੰ ਹੋਰ ਮਾਰਾਂ ਪੈ ਰਹੀਆਂ ਨੇ ਇਸ ਟਾਈਮ ਖੇਤੀ ਕਾਨੂੰਨਾਂ ਦੀਆਂ ਹੈਗੀਆਂ ਨੇ,
ਚਾਹੇ ਉਹ ਇੱਧਰ ਹੈਗੇ ਨੇ ਡਾਇਰੈਕਟ ਪੇਮੈਂਟ ਦੀ ਗੱਲ ਹੈਗੀ ਹੈ, ਤਾਂ ਨਾਲ ਹੀ ਉਹਨੂੰ ਕੁਦਰਤੀ ਕਰੋਪੀ ਦਾ ਵੀ ਸਾਹਮਣਾ ਕਰਨਾ ਪੈ ਰਿਹਾ। ਰਾਤ ਕਾਫੀ ਝੱਖੜ ਆਇਆ ਹੈਗਾ, ਬਾਰਿਸ਼ਾਂ ਹੋਈਆਂ ਨੇ, ਖਾਸ ਕਰਕੇ ਜਿਹੜੀ ਹਵਾ ਚੱਲੀ ਹੈ ਤੇਜ਼, ਉਹਨੇ ਕਣਕ ਦੀ ਫਸਲ ਦਾ, ਜਿਹੜੀ ਪੱਕੀ ਹੋਈ ਫਸਲ ਦਾ ਬਹੁਤ ਸਾਰਾ ਨੁਕਸਾਨ ਕੀਤਾ ਹੈਗਾ। ਮਾਲਵੇ 'ਚ ਵੀ ਕੀਤਾ ਹੈ, ਪਤਾ ਲੱਗੇ ਕਿ ਦੁਆਬੇ ਦੇ ਕੁਝ ਪੌਕਟਾਂ ਦੇ ਵਿੱਚ ਵੀ ਕੀਤਾ ਹੈਗਾ। ਤਾਂ ਉਹਦੇ ਨਾਲ ਜਿਹੜਾ ਕਿਸਾਨ ਨੂੰ ਬਹੁਤ ਵੱਡੀ ਢਾਲ ਲੱਗੀ ਹੈ, ਕਿਉਂਕਿ ਫਸਲਾਂ ਜਿਹੜੀਆਂ ਉਹ ਪੂਰੀ ਤਰ੍ਹਾਂ ਵਿਛ ਗਈਆਂ ਨੇ। ਤਾਂ ਉਹਦੇ ਨਾਲ ਇੱਕ ਹੀ ਹੈ ਕਿ ਕਿਸਾਨਾਂ ਦੀ ਜਿਹੜੀ ਮੇਰੀ ਅੱਜ ਤਕਰੀਬਨ 10-12 ਕਿਸਾਨਾਂ ਨਾਲ ਮੈਂ ਅਲੱਗ-ਅਲੱਗ ਜ਼ਿਲ੍ਹਿਆਂ ਦੇ ਵਿੱਚ ਗੱਲ ਕੀਤੀ ਹੈਗੀ ਹੈ, ਤਾਂ ਉਹਨਾਂ ਤੋਂ ਇੱਕ ਔਸਤਨ ਇਹ ਗੱਲ ਦੀ ਨਿਕਲੀ ਹੈ ਕਿ ਪ੍ਰਤੀ ਏਕੜ ਹਰ ਕਿਸਾਨ ਦੀ ਜਿਹੜੀ ਯੀਲਡ ਹੈ ਕਣਕ ਦੀ, ਉਹਦੇ ਵਿੱਚ 2 ਕੁਇੰਟਲ ਦਾ ਜਿਹੜਾ ਕਟੌਤੀ ਹੋਏਗੀ। ਇਹਦਾ ਮਤਲਬ ਇਹ ਸਿੱਧੇ ਤੌਰ 'ਤੇ ਉਹ ਹੋਇਆ ਕਿ ਇੱਕ ਕਿਸਾਨ ਨੂੰ ਜਿਹੜਾ ਪ੍ਰਤੀ ਏਕੜ 4000 ਰੁਪਏ ਦਾ ਲਾਸ ਹੈ, ਜਿਹੜਾ ਇਸ ਝੱਖੜ ਕਰਕੇ, ਇਸ ਕੁਦਰਤੀ ਕਰੋਪੀ ਕਰਕੇ ਹੋਰ ਝੱਲਣਾ ਪਏਗਾ, ਉਹਦੇ ਸਿਰ 'ਤੇ ਇੱਕ ਹੋਰ ਬੋਝ ਪਏਗਾ। ਇਸ ਤੋਂ ਇਲਾਵਾ ਜਦੋਂ ਉਹ ਕੰਬਾਈਨ ਨਾਲ ਉਹਦੀ ਆਪਣੀ ਕਟਾਈ ਕਰਨੀ ਹੈ, ਤਾਂ ਜਿਹੜੇ ਉਹਦੀ ਇਨਪੁਟ ਕਾਸਟ ਹੈ ਉਹ ਵੀ ਇਨਕਰੀਜ਼ ਹੋਏਗੀ, ਕਿਉਂਕਿ ਕੰਬਾਈਨ ਵਾਲੇ ਨੇ ਵੀ ਆਪਣੇ ਰੇਟ ਹੈ ਜਿਹੜੇ ਉਹ 400-500 ਰੁਪਇਆ ਵਧਾ ਦੇਣੇ ਹੈਗੇ। ਜਿੱਥੇ ਯੀਲਡ ਨੂੰ ਸੱਟ ਵੱਜੇਗੀ, ਉੱਥੇ ਆਉਣ ਵਾਲੇ ਜਿਹੜੀ ਉਹਦੀ ਕੁਆਲਿਟੀ ਹੈ ਫਸਲ ਦੀ, ਉਹ ਵੀ ਪ੍ਰਭਾਵਿਤ ਹੋਏਗੀ, ਕਿਉਂਕਿ ਜਿਹੜੀ ਕਣਕ ਵਿਛ ਚੁੱਕੀ ਹੈ, ਜਿਹਦੇ ਦਾਣੇ ਹੈਗੇ, ਬੱਲੀਆਂ ਥੱਲੇ ਧਰਤੀ ਨਾਲ ਲੱਗ ਚੁੱਕੀਆਂ, ਉਹਨੇ ਗਿੱਲ ਫੜ ਲਈ ਹੈਗੀ ਹੈ, ਤਾਂ ਉਹਦੀ ਕੁਆਲਿਟੀ 'ਤੇ ਵੀ ਅਸਰ ਪਏਗਾ। ਤਾਂ ਮੰਡੀਆਂ 'ਚ ਜਦੋਂ ਇਹ ਫਸਲ ਆਉਣੀ ਹੈਗੀ ਹੈ, ਤਾਂ ਨਮੀ ਦਾ ਸਵਾਲ ਵੀ ਖੜਾ ਹੋਣਾ ਹੈਗਾ। ਤਾਂ ਇਹਦੇ ਨਾਲ ਇਸ ਤੋਂ ਇਲਾਵਾ ਵਾਢੀ ਵੀ ਲੇਟ ਹੋਣ ਦਾ ਡਰ ਹੈ ਸਾਨੂੰ, ਕਿ ਵਾਢੀ ਵੀ ਜਿਹੜੀ 4-5 ਦਿਨ ਹੈ ਉਹ ਲੇਟ ਹੋ ਸਕਦੀ ਹੈਗੀ ਹੈ। ਤਾਂ ਜਦੋਂ ਵੀ ਇੱਦਾਂ ਦੀ ਕੋਈ ਆਫਤ ਪੈਂਦੀ ਹੈਗੀ ਹੈ, ਤਾਂ ਕਿਸਾਨ ਨੂੰ ਆਪਣੇ ਸਿਰ 'ਤੇ ਝੱਲਣੀ ਪੈਂਦੀ ਹੈ। ਔਰ ਸਾਡੀਆਂ ਸਰਕਾਰਾਂ ਨੇ ਖਾਸ ਕਰਕੇ ਕੁਦਰਤੀ ਕਰੋਪੀ ਜਦੋਂ ਪੈਂਦੀ ਹੈ ਫਸਲਾਂ 'ਤੇ, ਜਿਨਸਾਂ 'ਤੇ ਪੈਂਦੀ ਹੈ, ਖੇਤਾਂ 'ਤੇ, ਤਾਂ ਉਹਦੇ ਕੋਈ ਅਲਟਰਨੇਟਿਵ ਕੋਈ ਪ੍ਰਬੰਧ ਨਹੀਂ ਕੀਤਾ ਕਿ ਜਿਹੜੇ ਕਿਸਾਨ ਦੇ ਜ਼ਖਮ ਹੈ ਉਹਨਾਂ ਨੂੰ ਭਰਿਆ ਜਾ ਸਕੇ। ਜਿਵੇਂ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਹੈਗੀ ਹੈ, ਉਹਦੇ ਵਿੱਚ ਪੰਜਾਬ ਸਰਕਾਰ ਜਿਹੜੀ ਹੈਗੀ ਹੈ ਇਨਕਲੂਡ ਨਹੀਂ, ਪੰਜਾਬ ਹੈ ਜਿਹੜਾ, ਚਾਹੇ ਮੱਧ ਪ੍ਰਦੇਸ਼ ਤੇ ਗੁਜਰਾਤ ਨੇ ਵੀ ਆਪਣੇ ਆਪ ਨੂੰ ਵੱਖ ਕਰ ਲਿਆ, ਪਰ ਉਹਨਾਂ ਨੇ ਸਟੇਟ ਗਵਰਨਮੈਂਟਾਂ ਨੇ ਆਪਣੀ ਫਸਲੀ ਬੀਮਾ ਯੋਜਨਾ ਦੇਣੀ ਸ਼ੁਰੂ ਕਰ ਦਿੱਤੀ ਹੈ। ਜਿਹੜਾ ਪ੍ਰੀਮੀਅਮ ਹੈ ਉਹ ਵੀ ਸਟੇਟ ਗਵਰਨਮੈਂਟ ਆਪਣੇ ਪੱਲਿਓਂ ਪਾਉਂਦੀਆਂ ਹੈਗੀਆਂ ਨੇ। ਤਾਂ ਪੰਜਾਬ ਸਰਕਾਰ ਨੇ ਸੈਂਟਰ ਗਵਰਨਮੈਂਟ ਕੋਲ ਇੱਕ ਕਮਿਟਮੈਂਟ ਕੀਤੀ ਸੀ ਕਿ ਅਸੀਂ ਜਿਹੜੀ ਆਪਣੀ ਸਟੇਟ ਦੀ ਇੰਸ਼ੋਰੈਂਸ ਕਾਰਪੋਰੇਸ਼ਨ ਬਣਾਵਾਂਗੇ ਤੇ ਅਸੀਂ ਪੱਲਿਓਂ ਕਿਸਾਨਾਂ ਦਾ ਬੀਮਾ ਕਰਾਂਗੇ। ਪਰ 4 ਸਾਲ ਬੀਤ ਗਏ, ਅਜੇ ਤੱਕ ਸਟੇਟ ਗਵਰਨਮੈਂਟ ਨੇ ਕਦੇ ਵੀ ਕੋਈ ਇਹੋ ਜਿਹਾ ਜਿਹੜਾ ਉਪਰਾਲਾ ਹੈ ਨਹੀਂ ਕੀਤਾ। ਕਿਸਾਨਾਂ ਨੂੰ ਟਾਈਮ ਟੂ ਖਾਸ ਕਰਕੇ ਕਾਟਨ ਬੈਲਟ 'ਚ ਤਾਂ ਕਦੇ ਚਿੱਟੀ ਮੱਖੀ ਪੈ ਗਈ, ਕਦੇ ਗੁਲਾਬੀ ਮੱਖੀ ਪੈ ਗਈ ਹੈ, ਅਤੇ ਫਸਲ ਪੂਰੀ ਦੀ ਪੂਰੀ ਹੈ ਜਿਹੜੀ ਉਹ ਤਬਾਹ ਹੋ ਜਾਂਦੀ ਹੈ। ਅਤੇ ਪਿਛਲੀ ਜਦੋਂ ਗੱਠਜੋੜ ਦੀ ਸਰਕਾਰ ਸੀ, ਉਦੋਂ ਤਕਰੀਬਨ 650 ਕਰੋੜ ਰੁਪਈਆ ਕਿਸਾਨਾਂ ਨੂੰ ਉਦੋਂ ਮੁਆਵਜ਼ੇ ਵਜੋਂ ਦਿੱਤਾ ਵੀ ਗਿਆ ਸੀ। ਹੁਣ ਵੀ ਚਾਹੇ ਮੁਆਵਜ਼ੇ ਦਾ ਵਿਵਸਥਾ ਹੈਗੀ ਹੈ, ਪਰ ਉਹ ਕਾਫੀ ਘੱਟ ਹੁੰਦਾ। ਉਹ ਇਹ ਹੁੰਦਾ ਕਿ ਜੇ ਪੂਰਾ ਤੁਸੀਂ 100% ਤੁਹਾਡੀ ਕ੍ਰੌਪ ਫੇਲ ਹੁੰਦੀ ਹੈ, ਫਿਰ ਤੁਹਾਨੂੰ 7-8 ਹਜ਼ਾਰ ਰੁਪਏ ਦੇ ਕਰੀਬ ਮਿਲਦਾ ਹੈਗਾ। ਮੈਂ ਇੱਕ ਇੱਥੇ ਗੱਲ ਸਾਂਝੀ ਕਰਨਾ ਚਾਹਾਂਗਾ ਕਿ ਗੱਲ ਤਾਂ 4-5 ਸਾਲ ਪੁਰਾਣੀ ਹੈਗੀ ਹੈ ਕਿ ਲੰਬੀ ਹਲਕੇ ਦੇ ਵਿੱਚ ਬਾਰਿਸ਼ਾਂ ਆਈਆਂ, ਹੋਰ ਏਰੀਏ ਮਲੋਟ ਏਰੀਏ ਦੇ ਵਿੱਚ ਵੀ ਸੀ, ਲੰਬੀ ਦੇ ਏਰੀਏ ਦੇ ਵਿੱਚ ਵੀ, ਨਾਲ ਮੁਕਤਸਰ ਅਤੇ ਬਠਿੰਡਾ ਦੇ ਵਿੱਚ ਕਾਫੀ ਬਾਰਿਸ਼ ਹੋਈ ਸੀਗੀ। ਤਾਂ ਉਦੋਂ ਜਿਹੜੀ ਮੁਆਵਜ਼ਾ ਦਿੱਤਾ ਗਿਆ ਸੀ, ਤਾਂ ਉਦੋਂ ਇਹ ਦਿਖਾਇਆ ਗਿਆ ਸੀ ਕਾਗਜ਼ਾਂ ਦੇ ਵਿੱਚ ਕਿ ਲੰਬੀ ਹਲਕੇ ਦੇ 31 ਪਿੰਡ ਹੈ ਜਿਹੜੇ ਉਹ ਪੂਰੀ ਤਰ੍ਹਾਂ ਤਬਾਹ ਹੋ ਗਏ। ਮਤਲਬ ਕਿ ਉਹਨਾਂ ਦੀ ਫਸਲ ਹੈ 100% ਹੈ, ਜਿਹੜੀ ਕ੍ਰੌਪ ਹੈ ਉਹ ਖਤਮ ਹੋ ਗਈ ਹੈ, ਅਤੇ ਉਹਨਾਂ ਨੂੰ 100% ਦੇ ਹਿਸਾਬ ਨਾਲ ਮੁਆਵਜ਼ਾ ਦੇ ਦਿੱਤਾ ਗਿਆ ਸੀ। ਤਾਂ ਉਹਨਾਂ ਦਿਨਾਂ 'ਚ ਮੈਂ ਇੱਕ RTI ਪਾਈ ਸੀ ਮਲੋਟ ਮਾਰਕੀਟ ਕਮੇਟੀ ਨੂੰ, ਤਾਂ ਮਾਰਕੀਟ ਕਮੇਟੀ ਦੇ ਵਿੱਚ ਰਿਕਾਰਡ ਦੇ ਵਿੱਚ ਇਹ ਗੱਲ ਆਈ ਸੀ ਕਿ ਉੱਥੇ ਫਸਲ ਹੈ ਜਿਹੜੀ ਯੀਲਡ ਵੀ ਉਨੀ ਨਿਕਲੀ ਹੈ ਅਤੇ ਫਸਲ ਵੀ ਪੂਰੀ ਆਈ ਹੈ। ਤਾਂ ਪੋਲੀਟੀਕਲੀ ਵੀ ਇਹ ਮੁਆਵਜ਼ੇ ਦਾ ਜਿਹੜਾ ਰਾਜਸੀਕਰਨ ਹੋ ਜਾਂਦਾ ਹੈ ਕਿ ਆਪਣੇ ਬੰਦਿਆਂ ਨੂੰ ਰਿਓਡਿੰਗ ਦੀ ਤਰ੍ਹਾਂ ਵੰਡ ਦਿੱਤਾ ਜਾਂਦਾ ਹੈ, ਔਰ ਜਿਹੜੇ ਜੈਨੂਅਨ ਉਹ ਰਹਿ ਜਾਂਦੇ ਹੈ। ਜਿਸ ਤਰ੍ਹਾਂ ਚਿੱਟੀ ਮੱਖੀ ਪਈ ਉਦੋਂ ਮੁਆਵਜ਼ਾ ਆਇਆ, ਜਿਨ੍ਹਾਂ ਨੇ ਤਾਂ ਕਾਟਨ ਲਾਈ ਸੀ ਉਹਨਾਂ ਨੂੰ ਮੁਆਵਜ਼ਾ ਮਿਲਿਆ ਨਹੀਂ, ਜਿਨ੍ਹਾਂ ਨੇ ਝੋਨਾ ਲਾਇਆ ਸੀ ਉਹਨਾਂ ਨੂੰ ਕਾਟਨ ਦਾ ਮੁਆਵਜ਼ਾ ਮਿਲ ਗਿਆ ਸੀ। ਜੀ ਚਰਨਜੀਤ ਜੀ, ਆਪਾਂ ਗੱਲ ਕਰ ਰਹੇ ਹਾਂ ਕਿਸਾਨੀ ਦੀ, ਤਾਂ ਸਾਨੂੰ ਇਹ ਵੀ ਜਾਂਦੇ ਜਾਂਦੇ ਦੱਸੋ ਵੀ ਕਿ ਦਿੱਲੀ ਦੀ ਬਰੂਹਾਂ 'ਤੇ 4 ਮਹੀਨੇ ਤੋਂ ਵੱਧ ਹੋ ਗਿਆ ਅੰਦੋਲਨ ਚੱਲ ਰਿਹਾ, ਵੀ ਕਿ ਉਸ ਅੰਦੋਲਨ ਦੀ ਕੀ ਅਪਡੇਟ ਹੈ ਜਾਂ ਅੱਗੇ ਦੇ ਕੀ ਪ੍ਰੋਗਰਾਮ ਜਿਹੜੇ ਹੈਗੇ ਆ ਹੋਣ ਵਾਲੇ? ਉੱਥੇ ਅੱਛੀ ਇਹ ਹੈ ਕਿ ਫਿਲਹਾਲ ਤਾਂ ਦੇਖੋ ਡੈਡਲੌਕ ਹੈ ਜਿਹੜਾ 22 ਜਨਵਰੀ ਤੋਂ ਬਾਅਦ ਬਣਿਆ ਹੋਇਆ ਹੈ, ਅਤੇ ਭਾਰਤ ਸਰਕਾਰ ਖਾਸ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਦਾ ਜਿਹੜਾ ਪੂਰਾ ਧਿਆਨ ਹੈ ਉਹ ਕਿਸਾਨਾਂ 'ਤੇ ਨਹੀਂ, ਉਹਨਾਂ ਦਾ ਧਿਆਨ ਕੁਰਸੀ 'ਤੇ ਲੱਗਿਆ ਹੋਇਆ। 5 ਸੂਬਿਆਂ ਦੀਆਂ ਚੋਣਾਂ ਹੋ ਰਹੀਆਂ ਨੇ, ਉਹ ਆਪਣਾ ਪੂਰਾ ਟਾਈਮ ਹੈ ਜਿਹੜਾ ਉਹ ਉਹਨਾਂ ਚੋਣਾਂ ਨੂੰ ਦੇ ਰਿਹਾ। ਖਾਸ ਕਰਕੇ ਵੈਸਟ ਬੰਗਾਲ ਉਹਨਾਂ ਦਾ 'ਤੇ ਲੱਗੀ ਵੀ ਹੈ, ਉਹਨਾਂ ਦਾ ਬਕਾਰ ਦਾ ਸਵਾਲ ਬਣਾਇਆ ਹੋਇਆ। ਇਸ ਕਰਕੇ ਕਿਸਾਨਾਂ ਵਾਲੇ ਪਾਸੇ ਉਹਨਾਂ ਦਾ ਧਿਆਨ ਹੈ ਜਿਹੜਾ ਪੂਰੀ ਤਰ੍ਹਾਂ ਹਟਿਆ ਹੋਇਆ ਹੈਗਾ। ਅਤੇ ਅਜੇ ਕੋਈ ਗੱਲ ਨਾ ਅੰਦਰੂਨੀ ਨਾ ਬਾਹਰੀ ਤੌਰ 'ਤੇ ਕਿਤੇ ਚੱਲ ਨਹੀਂ ਰਹੀ, ਅਤੇ ਲੱਗ ਇਹ ਰਿਹਾ ਕਿ ਜਦੋਂ ਇਹਨਾਂ ਚੋਣਾਂ ਦੇ ਰਿਜ਼ਲਟ ਆਉਣਗੇ 2 ਮਈ ਨੂੰ, ਉਸ ਤੋਂ ਬਾਅਦ ਹੀ ਕੋਈ ਜਿਹੜੀ ਉਹਨਾਂ ਚੋਣਾਂ ਦੇ ਰਿਜ਼ਲਟ ਕੀ ਰਹਿੰਦੇ ਨੇ ਉਹਨਾਂ ਨੂੰ ਦੇਖਦੇ ਹੀ ਗੱਲਬਾਤ ਦਾ ਅੱਗੇ ਜਿਹੜਾ ਬੇਸ ਹੈ ਉਹ ਤਿਆਰ ਹੋਏਗਾ। ਪਰ ਇੰਨਾ ਕੁ ਜ਼ਰੂਰ ਹੈਗਾ ਕਿ ਅੱਜ ਜਿਹੜੀਆਂ ਪੰਜਾਬ ਦੀਆਂ 32 ਕਿਸਾਨ ਧਿਰਾਂ ਨੇ ਉਹਨਾਂ ਨੇ ਅੱਜ ਉੱਥੇ ਮੀਟਿੰਗ ਕੀਤੀ ਹੈਗੀ ਹੈ। ਮੀਟਿੰਗ ਦੇ ਵੇਰਵੇ ਸਾਡੇ ਕੋਲ ਨਹੀਂ ਆ ਸਕੇ, ਪਰ ਕੱਲ੍ਹ ਨੂੰ ਜਿਹੜੀ ਸੰਯੁਕਤ ਕਿਸਾਨ ਮੋਰਚਾ ਦੀ ਮੀਟਿੰਗ ਹੈ ਜਿਹੜੀ ਹੰਗਾਮੀ ਉੱਥੇ ਹੋ ਰਹੀ ਹੈ
ਦਿੱਲੀ ਦੇ ਵਿੱਚ, ਤਾਂ ਉਹਦੇ ਵਿੱਚ ਜਿਹੜਾ ਪਾਰਲੀਮੈਂਟ ਵੱਲ ਮਾਰਚ ਕੀਤਾ ਜਾਣਾ ਕਿਸਾਨਾਂ ਦਾ, ਉਹਦੀ ਜਿਹੜੀ ਰੂਪ ਰੇਖਾ ਹੈ ਉਹ ਤੈਅ ਕੀਤੀ ਜਾਣੀ ਹੈਗੀ ਹੈ। ਤਾਂ ਆਉਣ ਵਾਲੇ ਦਿਨਾਂ 'ਚ ਜੋ ਪ੍ਰਗਤੀ ਹੋਏਗੀ, ਅਪਡੇਟ ਸਾਨੂੰ ਮਿਲਦੀ ਰਹੇਗੀ। ਤੇ ਲੋੜ ਤਾਂ ਇਸ ਗੱਲ ਦੀ ਹੈ ਕਿ ਹੁਣ ਸਾਡੇ ਹੁਕਮਰਾਨ ਜਿੱਥੇ ਚੋਣਾਂ 'ਚ ਜਦੋਂ ਬੇਲ ਮਿਲਦੀ ਹੈ ਜਾਂ ਚੋਣਾਂ ਦੇ ਦੌਰਾਨ ਕਿਸਾਨਾਂ ਨੂੰ ਵੀ ਪ੍ਰਾਇੋਰਟੀ 'ਤੇ ਰੱਖਣ, ਕਿਉਂਕਿ ਹਮੇਸ਼ਾ ਜੈ ਜਵਾਨ ਜੈ ਕਿਸਾਨ ਦੀ ਗੱਲ ਕੀਤੀ ਜਾਂਦੀ ਹੈ। ਲਾਸਟ ਦੇ ਵਿੱਚ ਮੈਂ ਇੱਕ ਗੱਲ ਆਪਣੀ ਸਾਂਝੀ ਕਰਨਾ ਚਾਹਾਂਗਾ ਮਹਾਰਾਜਾ ਰਣਜੀਤ ਸਿੰਘ ਦੀ, ਕਿ ਮਹਾਰਾਜਾ ਰਣਜੀਤ ਸਿੰਘ ਨੇ ਆਪਣਾ ਇੱਕ ਰੂਟੀਨ ਬਣਾਇਆ ਹੋਇਆ ਸੀ ਕਿ ਜਦੋਂ ਵੀ ਉਹ ਸ਼ਾਮ ਨੂੰ ਦਿਨ ਭਰ ਦੇ ਰੁਝੇਵਿਆਂ ਤੋਂ ਵਿਹਲਾ ਹੁੰਦਾ ਸੀ ਤਾਂ ਸ਼ਾਮ ਨੂੰ ਆਪਣੇ ਕਮਰੇ ਦੇ ਵਿੱਚ ਇਕੱਲਾ ਖੜਾ ਹੁੰਦਾ ਸੀ। ਉਹ ਸ਼ੀਸ਼ਾ ਅੱਗੇ ਲਾਇਆ ਹੋਇਆ ਸੀ, ਸ਼ੀਸ਼ੇ ਅੱਗੇ ਖੜਾ ਹੋ ਜਾਂਦਾ ਸੀਗਾ। ਉਹ ਮਨ ਦੇ ਵਿੱਚ ਸੋਚਦਾ ਸੀ ਕਿ ਅੱਜ ਮੈਥੋਂ ਕਿਹੜੀਆਂ-ਕਿਹੜੀਆਂ ਗਲਤੀਆਂ ਹੋਈਆਂ ਨੇ, ਅੱਜ ਮੈਥੋਂ ਕਿਹੜੇ-ਕਿਹੜੇ ਗੁਨਾਹ ਹੋਏ ਨੇ। ਉਹ ਜਿਉਂ ਹੀ ਉਹਦੇ ਮਨ ਦੇ ਵਿੱਚ ਕੋਈ ਗੁਨਾਹ ਆਉਂਦਾ ਸੀ ਜਾਂ ਗਲਤੀ ਦਾ ਜ਼ਿਕਰ ਆਉਂਦਾ ਸੀ, ਔਗਣ ਦਾ ਜ਼ਿਕਰ ਆਉਂਦਾ ਸੀ, ਤਾਂ ਉਹ ਆਪਣੀ ਗੱਲ 'ਤੇ ਇੱਕ ਚਪੇੜ ਮਾਰ ਲੈਂਦਾ ਸੀਗਾ। ਤਾਂ ਜ਼ਰੂਰੀ ਹੈ ਕਿ ਸਾਡੇ ਜਿਹੜੇ ਨੇਤਾ ਹੈਗੇ ਨੇ ਉਸ ਤਰ੍ਹਾਂ ਸ਼ੀਸ਼ਾ ਮੂਹਰੇ ਖੜਨ। ਇਹ ਵੱਖਰੀ ਗੱਲ ਹੈ ਕਿ ਇਹਨਾਂ ਦੇ ਮੂੰਹ ਹੈ ਉਸ ਤੋਂ ਬਾਅਦ ਜ਼ਰੂਰ ਸੁੱਜੇ ਹੋਣਗੇ। ਇਹ ਸਨ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਚਰਨਜੀਤ ਸਿੰਘ ਭੁੱਲਰ ਸਾਹਿਬ, ਜਿਨ੍ਹਾਂ ਨੇ ਆਪਣੇ ਵਡਮੁੱਲੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ। ਕੱਲ੍ਹ ਨੂੰ ਇਸੇ ਸਮੇਂ ਇੱਕ ਨਵੇਂ ਮੁੱਦੇ ਦੇ ਨਾਲ ਫਿਰ ਮਿਲਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ। ਧੰਨਵਾਦ।